उत्थे जाके अपनी जिहड़ी कार्रवाई है वो पाउंदियां ने। इस करके उस गल तो सारी संगत चेत रवे। आओ बहुत ही सत्कारयोग सिंह साहब ज्ञानी जगतार सिंह साहब का हैड ग्रंथी सचखंड श्री दरबार साहब अमृतसर वाले आप संगतें दर्शन कर रहे हैं। वाहेगुरु जी जन्म मरण दो मैं नाही, जन पार उपकारी आए। जी दान दे भगती लाएन, हर स्यो लैन मिलाए। धन धरती ओह ताऊं धन, गुर सिख साधु पैर तरंदा। चरण धूड़ प्रदान कर, संत वेद जस गाव सुनंदा। परम सत्कारयोग जुगो जुग अटल साहिब सतगुरु श्री गुरु ग्रंथ साहिब सच्चे पातशाह जी दी पावन पवित्र गोद विच जुड़ बैठे गुरु रूप गुरु खालसा सत्संग जी। प्यार सहित फतेह दी सांझ करिए। सारे माई भाई गज के आखो जी वाहेगुरु जी का खालसा वाहेगुरु जी की फतेह। परोपकारी नाम दे रसिए ब्रह्म सरोतरी ब्रह्मनेष्टि पूर्ण पुरख ब्रह्म ज्ञानी संत बाबा ईश्वर सिंह जी महाराज राड़ा साहब वालियां दी 48वीं सालाना याद नूं बड़ी भावना दे सहज ताजा किया जा रहा है। जुगो जुग अटल साहब श्री गुरु ग्रंथ साहब जी की छत्र छाया हेठ अते राड़ा साहब जी संप्रदाय दे मौजूदा मुखी श्रीमान संत बाबा बलजिंदर सिंह जी की सरप्रस्ती हेठ महापुरखा की याद हर साल बड़ी भावना सहित मनाई जाती है। संगत जी अमृत वेले तो लैकर बेअंत महापुरखा ने दर्शन दिते अते महापुरखा की याद विच महापुरखा के जीवन बारे आपां नूं वचन सरवण कराए ने। संगत जी परोपकारी महापुरख जिन्हां ने संसार दे अंदर विचर करके देशां विदेशां दी धरती ते पहुंच के सिੱਖੀ दा भारी प्रचार प्रसार किया ते उत्थे बेअंत ही ऐसे प्राणी जेड़े निगुरे सन उन्हां नूं पंजां प्यारियां द्वारा अमृत की दात दिवा के गुरु वाले बनाउणा कीता। बेअंत ऐसे शराबी कबाबी जिन्हां दे महापुरखा ने नशे छडाए ते बेअंत ही ऐसे प्राणी जेड़े केसां दी बेअदबी करदे सी। संगत जी उन्हां दे केस रखाए। बहुत वड्डे परोपकार
ਮਹਾਂਪੁਰਖਾਂ ਨੇ ਸੰਸਾਰ ਵਿੱਚ ਕੀਤੇ। ਆਪਾਂ ਕਈ ਵਾਰ ਵਿਦਵਾਨਾਂ ਪਾਸੋਂ ਜਾਂ ਪ੍ਰਚਾਰਕਾਂ ਪਾਸੋਂ ਸੁਣਦੇ ਹਾਂ, ਉਹ ਨਸ਼ਿਆਂ ਬਾਰੇ ਕਹਿ ਕੇ ਤੁਰ ਜਾਂਦੇ ਨੇ, ਪਰ ਮਹਾਂਪੁਰਖ ਜਿਹਦੇ ਤੇ ਕਿਰਪਾ ਦ੍ਰਿਸ਼ਟੀ ਕਰਦੇ ਸੀ ਉਹਦਾ ਬਹੁਤ ਖਿਆਲ ਰੱਖਦੇ ਸੀ। ਮਹਾਂਪੁਰਖਾਂ ਦੇ ਜੀਵਨ ਵਿੱਚ ਜ਼ਿਕਰ ਆਉਂਦਾ ਹੈ, ਸਰਦਾਰ ਅਵਤਾਰ ਸਿੰਘ ਜੀ ਹੁਸ਼ਿਆਰਪੁਰ ਦਾ, ਉਹ ਬਹੁਤ ਸ਼ਰਾਬ ਪੀਂਦਾ ਸੀ। ਉਹਦੀ ਘਰਵਾਲੀ ਨੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਮਹਾਂਪੁਰਖੋ ਇਹ ਬਹੁਤ ਸ਼ਰਾਬ ਪੀਂਦਾ ਹੈ, ਆਪ ਕਿਰਪਾ ਕਰੋ ਤੇ ਇਹ ਸ਼ਰਾਬ ਛੱਡ ਜਾਵੇ। ਮਹਾਂਪੁਰਖਾਂ ਨੇ ਸੰਗਤ ਜੀ ਉਹ ਸਰਦਾਰ ਅਵਤਾਰ ਸਿੰਘ ਜੀ ਤੋਂ ਪ੍ਰਣ ਕਰਵਾਇਆ। ਉਹਨੇ ਪ੍ਰਣ ਕੀਤਾ ਕਿ ਮੈਂ ਅੱਜ ਤੋਂ ਬਾਅਦ ਮਹਾਂਪੁਰਖੋ ਸ਼ਰਾਬ ਨਹੀਂ ਪੀਵਾਂਗਾ। ਪਰ ਜਦੋਂ ਘਰ ਗਿਆ, ਸ਼ਾਮ ਦਾ ਸਮਾਂ, ਤੇ ਸੰਗਤ ਜੀ ਜਦੋਂ ਉਹਨੇ ਜਾ ਕੇ ਬੋਤਲ ਦਾ ਢੱਕਣ ਖੋਲ੍ਹਿਆ ਤੇ ਮਹਾਂਪੁਰਖ ਦਰਵਾਜ਼ੇ ਵਿੱਚ ਖਲੋਤੇ ਉਹਨੂੰ ਦਿਸੇ, ਤੇ ਮਹਾਂਪੁਰਖ ਉਹਨੂੰ ਝਾੜਾ ਪਾ ਰਹੇ ਸੀ ਕਿ ਤੂੰ ਪ੍ਰਣ ਕਰਕੇ ਆਇਆ ਹੈ ਕਿ ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਵਾਂਗਾ। ਜੇਕਰ ਆਉਂਦਾ ਹੈ 2-3 ਦਿਨ ਵਾਸਤੇ ਇਸ ਤਰ੍ਹਾਂ ਹੀ ਮਹਾਂਪੁਰਖ ਦਰਸ਼ਨ ਦਿੰਦੇ ਰਹੇ, ਤੇ ਸੰਗਤ ਜੀ ਉਹਦੀ ਸ਼ਰਾਬ ਛਡਾਈ ਤੇ ਫਿਰ ਉਹਨੇ ਅੰਮ੍ਰਿਤ ਛਕਿਆ ਪੰਜਾਂ ਪਿਆਰਿਆਂ ਦਾ। ਕਿੱਡਾ ਵੱਡਾ ਪਹਿਰਾ ਦਿੱਤਾ ਮਹਾਂਪੁਰਖਾਂ ਨੇ। ਕਹਿ ਕੇ ਚਲੇ ਜਾਣਾ ਵੱਖਰੀ ਗੱਲ ਹੈ, ਤੇ ਸੰਗਤ ਜੀ ਨਸ਼ੇ ਵਾਲੇ ਬੰਦੇ ਦਾ ਖਿਆਲ ਰੱਖਣਾ ਇਹ ਬਹੁਤ ਵੱਡਾ ਪਰਉਪਕਾਰ ਹੈ। ਮਹਾਂਪੁਰਖਾਂ ਨੇ ਐਸੇ ਕਈ ਮਨੁੱਖਾਂ ਦੇ ਨਸ਼ੇ ਛਡਾਏ, ਔਰ ਮਹਾਂਪੁਰਖ ਸੰਗਤ ਜੀ ਗਰੀਬਾਂ ਦਾ ਖਾਸ ਖਿਆਲ ਰੱਖਿਆ ਕਰਦੇ ਸੀ। ਇੱਕ ਵਾਰੀ ਚੰਡੀਗੜ੍ਹ ਮਹਾਂਪੁਰਖਾਂ ਨੂੰ ਗੁਰਸਿੱਖ ਪ੍ਰੇਮੀ ਨੇ ਬੇਨਤੀ ਕੀਤੀ, ਮਹਾਰਾਜ ਜੀ ਸੰਗਤਾਂ ਘਰਾਂ ਘਰਾਂ ਦੇ ਵਿੱਚ ਆਪ ਜੀ ਦੇ ਮੁਬਾਰਕ ਚਰਨ ਪਾਉਣਾ ਚਾਹੁੰਦੀਆਂ ਨੇ। ਮਹਾਂਪੁਰਖਾਂ ਨੇ ਸਮਾਂ ਦੇ ਦਿੱਤਾ, ਤੇ ਸੰਗਤ ਜੀ ਉਹ ਗੁਰਮੁਖ ਪਿਆਰਾ ਨਾਲ ਲੈ ਕੇ ਮਹਾਂਪੁਰਖਾਂ ਨੂੰ ਗਿਆ। ਵੱਡੇ ਵੱਡੇ ਅਫਸਰਾਂ ਦੇ ਘਰ, ਮੰਤਰੀਆਂ ਦੇ ਘਰ ਮਹਾਂਪੁਰਖਾਂ ਨੇ ਚਰਨ ਪਾਏ। ਇੱਕ ਗਰੀਬ ਆਦਮੀ ਸੀ ਜਿਹਦਾ ਨਾਮ ਮਹਾਂਪੁਰਖਾਂ ਦੇ ਜੀਵਨ ਵਿੱਚ ਛੱਜੂ ਲਿਖਿਆ ਹੈ। ਇਹ ਮਾਲੀ ਦੀ ਸੇਵਾ ਕਰਦਾ ਸੀ ਸੰਗਤ ਜੀ, ਫੁੱਲ ਆਦਿਕ ਲਾਉਣੇ, ਫੁੱਲਾਂ ਦੀ ਸਾਂਭ ਸੰਭਾਲ ਕਰਨੀ। ਇਹਦੇ ਮਨ ਵਿੱਚ ਵੀ ਬੜਾ ਚਾਅ ਸੀ ਕਿ ਸੰਤ ਜੀ ਮਹਾਰਾਜ ਮੇਰੇ ਘਰ ਵੀ ਆਉਣਗੇ, ਦਰਸ਼ਨ ਦੀਦਾਰ ਦੇਣਗੇ, ਚਰਨ ਪਾਉਣਗੇ। ਪਰ ਉਹ ਗੁਰਮੁਖ ਪਿਆਰੇ ਨੇ ਵਿਚਾਰਿਆ ਕਿ ਮਹਾਂਪੁਰਖਾਂ ਨੇ ਚੰਗੀਆਂ ਚੰਗੀਆਂ ਕੋਠੀਆਂ ਦੇ ਵਿੱਚ ਚਰਨ ਪਾਏ ਨੇ, ਜਿੱਥੇ ਏਸੀ ਲੱਗੇ ਹੋਏ ਸੀ। ਮਹਾਂਪੁਰਖਾਂ ਨੂੰ ਕੋਈ ਗਰਮੀ ਦਾ ਖੇਦ ਨਹੀਂ ਹੋਇਆ, ਤੇ ਛੱਜੂ ਦੇ ਘਰ ਤਾਂ ਕੋਈ ਏਸੀ ਆਦਿਕ ਨਹੀਂ ਹੋਣਾ, ਉੱਥੇ ਮਹਾਂਪੁਰਖਾਂ ਨੂੰ ਗਰਮੀ ਲੱਗੇਗੀ। ਇਉਂ ਵਿਚਾਰ ਕੇ ਸੰਗਤ ਜੀ ਜਦੋਂ ਵਾਪਸ ਪਰਤਣ ਲੱਗੇ ਨਾ, ਤੇ ਸੰਤ ਜੀ ਮਹਾਰਾਜ ਜੀ ਨੇ ਪੁੱਛਿਆ, ਭਾਈ ਕੋਈ ਰਹਿ ਤਾਂ ਨਹੀਂ ਗਿਆ? ਉਹ ਗੁਰਮੁਖ ਪਿਆਰਾ ਚੁੱਪ ਜੇ ਕਰ ਗਿਆ। ਮਹਾਂਪੁਰਖ ਫੇਰ ਕਹਿਣ ਲੱਗੇ, ਭਾਈ ਕੋਈ ਰਹਿ ਗਿਆ ਜਾਪਦਾ, ਕੋਈ ਗਰੀਬ ਆਦਮੀ ਰਹਿ ਗਿਆ। ਹੁਣ ਉਹ ਗੁਰਮੁਖ ਪਿਆਰਾ ਸੋਚਦਾ ਵੀ ਮੈਂ ਤਾਂ ਉਹਦੇ ਤੋਂ ਕੋਈ ਐਡਰੈਸ ਨਹੀਂ ਪੁੱਛਿਆ ਵੀ ਤੇਰਾ ਘਰ ਕਿੱਥੇ ਆ,
ਤੇ ਮੈਂ ਹੁਣ ਮਹਾਂਪੁਰਖਾਂ ਨੂੰ ਕਿਵੇਂ ਲੈ ਕੇ ਜਾਵਾਂਗਾ। ਤੇ ਮਹਾਂਪੁਰਖਾਂ ਨੇ ਆਪ ਹੀ ਇਸ਼ਾਰਾ ਕਰ ਦਿੱਤਾ, ਕਹਿਣ ਲੱਗੇ ਉਹ ਤੇ ਨਹੀਂ ਖਲੋਤਾ। ਤੇ ਸੰਗਤ ਜੀ ਉਹ ਗੁਰਮੁਖ ਪਿਆਰਾ ਸਰਦਾਰ ਵਰਿਆਮ ਸਿੰਘ ਸ਼ਾਇਦ ਉਹਦਾ ਨਾਂ ਸੀ, ਉਹਨੇ ਅੱਖਾਂ ਨੀਵੀਆਂ ਕਰ ਲਈਆਂ, ਕਹਿਣ ਲੱਗਾ ਹਾਂ ਪਾਤਸ਼ਾਹ ਉਹੀ ਹੈ। ਮਹਾਂਪੁਰਖ ਕਹਿਣ ਲੱਗੇ ਚਲੋ ਆਪਾਂ ਉਹਦੇ ਘਰ ਵੀ ਚੱਲੀਏ। ਛੱਜੂ ਦੇ ਘਰ ਗਏ। ਸੰਗਤ ਜੀ ਉਹਨੇ ਫੁੱਲਾਂ ਦਾ ਸਿੰਘਾਸਣ ਮਹਾਂਪੁਰਖਾਂ ਵਾਸਤੇ ਤਿਆਰ ਕੀਤਾ ਸੀ। ਗਰੀਬ ਆਦਮੀ ਜਥਾ ਜੋਗ ਸੇਵਾ ਕਰਦਾ ਹੀ ਹੈ। ਮਹਾਂਪੁਰਖਾਂ ਨੇ ਬੜੀ ਪ੍ਰਸੰਨਤਾ ਕੀਤੀ। ਐਸਾ ਜੀਵਨ ਸੀ ਮਹਾਂਪੁਰਖਾਂ ਦਾ। ਸੰਗਤ ਜੀ ਗਰੀਬਾਂ ਦਾ ਖਾਸ ਕਰਕੇ ਧਿਆਨ ਰੱਖਦੇ ਸੀ। ਤੋ ਮਹਾਂਪੁਰਖਾਂ ਨੇ 26 ਅਗਸਤ 1975 ਨੂੰ ਸੰਗਤ ਜੀ ਇੰਗਲੈਂਡ ਦੀ ਧਰਤੀ ਤੇ 5 ਭੂਤਗਤ ਸਰੀਰ ਤਿਆਗਿਆ। ਕੱਲ ਦਾ ਦਿਹਾੜਾ ਮਹਾਂਪੁਰਖਾਂ ਦੀ ਯਾਦ ਵਿੱਚ ਭਾਵੇਂ 21 ਤਰੀਕ ਤੋਂ ਮਹਾਂਪੁਰਖਾਂ ਵੱਲੋਂ ਗੁਰਮਤਿ ਸਮਾਗਮ ਆਰੰਭ ਹੋਏ ਨੇ। ਬਹੁਤ ਵੱਡਾ ਲੰਗਰ ਹੈ ਜੀ ਇਹ ਵੀ। ਮਹਾਂਪੁਰਖਾਂ ਦੀ ਯਾਦ ਵਿੱਚ ਹਰ ਰੋਜ਼ ਗੁਰੂ ਕੀ ਬਾਣੀ ਦਾ ਪ੍ਰਚਾਰ ਪ੍ਰਸਾਰ ਹੋਣਾ, ਇਹ ਬਹੁਤ ਵੱਡਾ ਲੰਗਰ ਹੈ। ਆਪ ਜੀ ਰੋਜ਼ਾਨਾ ਛਕਦੇ ਆ ਰਹੇ ਹੋ। ਸਤਿਗੁਰੂ ਰਹਿਮਤ ਕਰਨ ਤੇ ਆਪ ਜੀਆਂ ਨੂੰ ਤ੍ਰਿਪਤੀ ਹੋਵੇ, ਆਪ ਗੁਰਮਤਿ ਦੇ ਧਾਰਨੀ ਬਣ ਜਾਵੋ। ਸੰਗਤ ਜੀ ਮਹਾਂਪੁਰਖਾਂ ਨੇ ਸਾਰੀ ਜ਼ਿੰਦਗੀ ਜਿੱਥੇ ਬਹੁਤ ਭਾਰੀ ਕਠਿਨ ਤਪੱਸਿਆ ਕੀਤੀ, ਉੱਥੇ ਮਹਾਂਪੁਰਖਾਂ ਨੇ ਪਰਉਪਕਾਰ ਵੀ ਬਹੁਤ ਕੀਤੇ ਦੁਨੀਆ ਦੇ ਉੱਤੇ। ਅੱਜ ਆਪਾਂ ਮਹਾਂਪੁਰਖਾਂ ਦੀ ਯਾਦ ਵਿੱਚ ਸਾਰੇ ਜੁੜ ਬੈਠੇ ਹਾਂ ਤੇ ਸਤਿਗੁਰੂ ਰਹਿਮਤ ਕਰਨ ਆਪਣਾ ਆਇਆ ਸਫਲਾ ਹੋਵੇਗਾ। ਮਹਾਂਪੁਰਖਾਂ ਨੂੰ ਇਹੀ ਆਪਣੀ ਸ਼ਰਧਾ ਤੇ ਸਤਿਕਾਰ ਹੋਵੇਗਾ ਕਿ ਜਿਨ੍ਹਾਂ ਵੀਰਾਂ ਤੇ ਭੈਣਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, ਭਾਈ ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਕੇ ਜਹਾਜ਼ ਤੇ ਚੜ੍ਹ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ। ਔਰ ਜਿਹੜੇ ਨੌਜਵਾਨ ਵੀਰ ਨਸ਼ਿਆਂ ਦੇ ਆਦੀ ਨੇ, ਉਹ ਵੀ ਮਹਾਂਪੁਰਖਾਂ ਦੇ ਇਸ ਸਿਮਰਤੀ ਸਮਾਗਮਾਂ ਤੇ ਪ੍ਰਣ ਕਰਕੇ ਜਾਣ ਕਿ ਅੱਜ ਤੋਂ ਬਾਅਦ ਅਸੀਂ ਨਸ਼ੇ ਦੀ ਵਰਤੋਂ ਨਹੀਂ ਕਰਾਂਗੇ। ਜਿਹੜੇ ਨੌਜਵਾਨ ਕੇਸ ਕਤਲ ਕਰਦੇ ਨੇ, ਉਹਨਾਂ ਨੂੰ ਵੀ ਬੇਨਤੀ ਹੈ ਕਿ ਭਾਈ ਮਹਾਂਪੁਰਖਾਂ ਦੇ ਬਚਨਾਂ ਅਨੁਸਾਰ ਸਾਬਤ ਸੂਰਤ ਹੋਵੋ, ਗੁਰਸਿੱਖੀ ਨੂੰ ਪ੍ਰਾਪਤ ਕਰੋ ਤੇ ਆਪਣੇ ਇਸ ਅਮੋਲਕ ਜਨਮ ਨੂੰ ਸਫਲਾ ਕਰੋ। ਅਖੀਰ ਵਿੱਚ ਮੈਂ ਸ਼੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਾਂਗਾ, ਮਹਾਂਪੁਰਖੋ ਜਿੱਥੇ ਆਪ ਜੀਆਂ ਨੇ ਈਸ਼ਰ ਮਾਈਕਰੋ ਮੀਡੀਆ ਦੇ ਰਾਹੀਂ ਬਹੁਤ ਵੱਡੇ ਪਰਉਪਕਾਰ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ 3 ਸ਼ਤੀਕ, ਇਸੇ ਤਰ੍ਹਾਂ ਸੰਗਤ ਜੀ 3 ਕੋਸ਼ ਨੇ, ਉਹਦੇ ਵਿੱਚ ਬੇਅੰਤ ਵੱਡਾ ਭੰਡਾਰ ਖਜ਼ਾਨਾ ਮਹਾਂਪੁਰਖਾਂ ਨੇ ਹਰੇਕ ਗੁਰਸਿੱਖ ਦੇ ਤਾਈਂ ਪੁੱਜਦਾ ਕੀਤਾ ਹੈ। ਤੇ ਬੇਨਤੀ ਮੇਰੀ ਇਹ ਹੈ ਕਿ ਜੋ ਮਹਾਂਪੁਰਖਾਂ ਦਾ ਰੂਹਾਨੀ ਜੀਵਨ ਮਹਾਂਪੁਰਖਾਂ ਵੱਲੋਂ ਛਪਿਆ ਹੋਇਆ ਹੈ, ਉਹ ਵੀ ਆਪ ਜੀ ਈਸ਼ਵਰ ਮਾਈਕਰੋ ਮੀਡੀਆ ਦੇ ਵਿੱਚ ਅੰਕਿਤ ਕਰੋ, ਤਾਂ ਕਿ ਹਰੇਕ ਗੁਰਸਿੱਖ ਤੱਕ ਮਹਾਂਪੁਰਖਾਂ ਦਾ ਜੀਵਨ ਜਾਵੇ ਤੇ ਹਰੇਕ ਗੁਰਸਿੱਖ ਪੜ੍ਹ ਕੇ ਗੁਰਸਿੱਖੀ ਵੱਲ ਪ੍ਰੇਰਿਤ ਹੋਵੇਗਾ। ਮਹਾਂਪੁਰਖਾਂ ਦਾ ਜੀਵਨ ਜਦੋਂ ਪੜ੍ਹੀਏ ਤੇ ਸੰਗਤ ਜੀ ਬੜਾ ਆਨੰਦ ਆਉਂਦਾ ਹੈ, ਵਿਰਾਗ ਵੀ ਪੈਦਾ ਹੁੰਦਾ ਹੈ।
ਤੇ ਜੇ ਗੁਰਸਿੱਖ ਪੜ੍ਹਨਗੇ ਤੇ ਹੋਰ ਉਹ ਗੁਰਸਿੱਖੀ ਵਿੱਚ ਪਰਪੱਕ ਹੋਣਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸ੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਸਾਹਿਬ ਜੀ ਮਹਾਂਪੁਰਖਾਂ ਦਾ ਰੋਮ ਰੋਮ ਕਰਕੇ ਧੰਨਵਾਦੀ ਹਾਂ ਸੰਗਤ ਜੀ, ਜੋ ਬਹੁਤ ਪਿਆਰ ਬਖਸ਼ਿਸ਼ ਕਰਦੇ ਨੇ। ਸਰਦਾਰ ਰਣਧੀਰ ਸਿੰਘ ਜੀ ਜੋ ਸਟੇਜ ਦੀ ਸੇਵਾ ਬਾਖੂਬੀ ਨਿਭਾਉਂਦੇ ਨੇ, ਇਉਂ ਕਹਿ ਲਈਏ ਕਿ ਉਹ ਸਟੇਜ ਦਾ ਸ਼ਿੰਗਾਰ ਵੀ ਨੇ, ਵਿਦਵਾਨ ਵੀ ਨੇ, ਸਮਾਂ ਵੀ ਬਹੁਤਾ ਅਜਾਈ ਨਹੀਂ ਗਵਾਉਂਦੇ। ਸੰਗਤ ਜੀ ਸਟੇਜ ਸੈਕਟਰੀ ਦੇ ਵਿੱਚ ਇਹ ਗੁਣ ਹੁੰਦੇ ਨੇ, ਉਹ ਗੁਣ ਮਹਾਂਪੁਰਖਾਂ ਦੀ ਕਿਰਪਾ ਨਾਲ ਸਰਦਾਰ ਰਣਧੀਰ ਸਿੰਘ ਜੀ ਨੇ ਗ੍ਰਹਿਣ ਕੀਤੇ ਨੇ। ਮਹਾਂਪੁਰਖਾਂ ਦਾ ਸੰਗ ਕਰਕੇ ਸੇਵਾਵਾਂ ਨਿਭਾ ਰਹੇ ਨੇ ਸਾਰੀ ਸੰਪਰਦਾਇ ਦਾ। ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਸਨ ਬੜੀ ਹੀ ਸਨਮਾਨਯੋਗ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਸਾਬਕਾ ਹੈਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ, ਜਿਨ੍ਹਾਂ ਦਾ ਮਹਾਂਪੁਰਖਾਂ ਦੇ ਨਾਲ ਸਾਡੇ ਸਥਾਨਾਂ ਦੇ ਨਾਲ ਬੜਾ ਗੂੜਾ ਸੁਨੇਹਾ ਜਦੋਂ ਬੇਨਤੀ ਕਰਦੇ ਆ ਕੇ ਸੰਗਤ ਦੇ ਦਰਸ਼ਨ ਕਰਦੇ ਨੇ। ਸਿੰਘ ਸਾਹਿਬ ਜੀ ਦਾ ਸਮੁੱਚੇ ਹੀ ਪ੍ਰਬੰਧਕਾਂ ਵੱਲੋਂ ਮਹਾਂਪੁਰਖਾਂ ਵੱਲੋਂ ਬਹੁਤ ਬਹੁਤ ਧੰਨਵਾਦ। ਬੇਨਤੀ ਕਰਾਂ ਸਤਿਕਾਰਯੋਗ ਸੰਤ ਬਾਬਾ ਰੋਸ਼ਨ ਸਿੰਘ ਜੀ, ਉਹ ਕਿਰਪਾ ਕਰਕੇ ਸਨਮਾਨ ਲੈ ਕੇ ਅੱਗੇ ਆਉਣ। ਸੰਤ ਬਾਬਾ ਗੁਰਮੁਖ ਸਿੰਘ ਜੀ ਆਲੋਵਾਲ ਔਰ ਸਤਿਕਾਰਯੋਗ ਸੰਤ ਬਾਬਾ ਰਣਜੀਤ ਸਿੰਘ ਜੀ ਢਿੰਗੀ ਵਾਲੇ, ਸੰਤ ਬਾਬਾ ਸੁਰਿੰਦਰ ਸਿੰਘ ਜੀ, ਬਾਬਾ ਪਿਆਰਾ ਸਿੰਘ ਨੂੰ ਬੇਨਤੀ ਆ ਉਹ ਵੀ ਨਾਲ ਹੋ ਜਾਣ। ਔਰ ਸਟੇਜ ਤੇ ਹੋਰ ਜਿੰਨੀਆਂ ਸਨਮਾਨਯੋਗ ਸ਼ਖਸੀਅਤਾਂ ਬੈਠਣ ਉਹਦਾ ਵੀ ਸਨਮਾਨ ਆਪਾਂ ਬਾਅਦ ਦੇ ਵਿੱਚ ਕਰਨਾ ਹੈ। ਆਓ ਬੇਨਤੀ ਕਰਾਂ ਮਹਾਂਪੁਰਸ਼ਾਂ ਨੂੰ ਕਿ ਸਿੰਘ ਸਾਹਿਬ ਜੀ ਦਾ ਸਨਮਾਨ ਸੰਪਰਦਾਇ ਵੱਲੋਂ ਸੰਤ ਬਾਬਾ ਬਲਜਿੰਦਰ ਸਿੰਘ ਦੇ ਰਹੇ ਨੇ। ਬੋਲੇ ਸੋ ਨਿਹਾਲ। ਉਪਰੰਤ ਆਓ ਮਹਾਂਪੁਰਸ਼ਾਂ ਦਾ ਸਮਾਂ ਹੋ ਚੁੱਕਿਆ ਹੈ, ਆਪਾਂ ਉਹਨਾਂ ਤੋਂ ਲਾਭ ਉਠਾਉਣਾ ਹੈ। ਮੈਂ ਨਾਲ ਹੀ ਬੇਨਤੀ ਕਰਾਂ ਸੰਤ ਬਾਬਾ ਰੋਸ਼ਨ ਸਿੰਘ ਜੀ ਕੁਝ ਸਨਮਾਨ ਆਪਣੇ ਸ਼ੁਭ ਹੱਥਾਂ ਦੇ ਨਾਲ ਦੇਣ ਦੀ ਕਿਰਪਾਲਤਾ ਕਰਨਗੇ। ਸਾਡੇ ਦਰਮਿਆਨ ਸਰਦਾਰ ਮਲਕੀਤ ਸਿੰਘ ਜੀ ਦਾਖਾਂ ਸਾਹਿਬ ਬੈਠੇ ਨੇ ਸਟੇਜ ਤੇ, ਜੋ ਮਹਾਂਪੁਰਖਾਂ ਦੇ ਬੜੇ ਪੁਰਾਣੇ ਸ਼ਰਧਾਲੂ ਪ੍ਰੇਮੀ ਨੇ। ਉਹਨਾਂ ਦੇ ਨਾਲ ਸਰਦਾਰ ਅਮਰਜੀਤ ਸਿੰਘ ਟਿੱਕਾ ਸਾਬਕਾ ਚੇਅਰਮੈਨ ਸਾਹਿਬ, ਉਹ ਵੀ ਸਟੇਜ ਤੇ ਸੁਸ਼ੋਭਿਤ ਨੇ। ਮੈਂ ਬੇਨਤੀ ਕਰਾਂ ਸੰਤ ਬਾਬਾ ਰੋਸ਼ਨ ਸਿੰਘ ਜੀ ਨੂੰ ਉਹ ਸਨਮਾਨ ਦੇਣ ਦੀ ਕਿਰਪਾਲਤਾ ਕਰਨਗੇ। ਟਿੱਕਾ ਸਾਹਿਬ ਨੂੰ ਬੇਨਤੀ ਹੈ, ਦਾਖਾਂ ਸਾਹਿਬ ਨੂੰ